16 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅੱਗੇ ਪਾਵਨ ਪਵਿੱਤਰ ਉਪਦੇਸ਼ ਸਰਬ ਮਨੁੱਖਤਾ ਦੀ ਭਲਾਈ ਹਿਤ ਬਖਸ਼ਿਸ਼ ਕਰ ਰਹੇ ਹਨ, ਉਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਜੋ ਸੰਤ ਸ਼ਾਂਤ ਚਿਤ ਆਤਮਾ ਵਾਲੇ ਹਨ, ਉਹਨਾਂ ਨੂੰ ਦਇਆਲੂ ਪਰਮੇਸ਼ਰ ਆਪ ਉਦਰਨ ਸੰਸਾਰ ਤੋਂ ਉਧਾਰ ਲੈਂਦਾ। ਜਾਂ ਉਧਰ ਜਾਂਦੇ ਹਨ, ਪਾਰ ਹੋ ਜਾਂਦੇ ਹਨ ਇਸ ਸੰਸਾਰ ਤੋਂ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਜੋ ਸ਼ਾਂਤ ਚਿਤ ਆਤਮਾ ਵਾਲੇ ਸੰਤ ਹਨ। ਪੁੱਛੀਏ ਪਿਆਰ ਹੋਣ ਦਾ ਰਾਜ ਕੀ ਹੈ, ਤਾਂ ਤੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਆਸਰੰ ਗੋਪਾਲ ਕੀਰਤਨ ਹੈ। ਉਹਨਾਂ ਨੇ ਆਸਰਾ ਤੱਕਿਆ ਹੈ ਪ੍ਰਿਥਵੀ ਪਾਲਕ ਦੇ ਜਸ ਦਾ। ਹਰ ਵੇਲੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਆਰਾਧਦੇ, ਹਰ ਵੇਲੇ ਉਸ ਪਰਮੇਸ਼ਰ ਦਾ ਜਸ ਕਰਦੇ, ਤਾਂ ਗੁਰੂ ਕੀ ਪਵਿੱਤਰ ਬਾਣੀ ਦਾ ਇੱਕ ਬਚਨ ਹੈ, ਜੋ ਜੋ ਕਥੈ ਸੁਣੈ ਹਰਿ ਕੀਰਤਨ ਤਾਂ ਕੀ ਦੁਰਮਤ ਨਾਸ। ਇਹ ਗੁਰੂ ਕੇ ਜਸ ਦੀ ਵਡਿਆਈ ਹੈ ਕਿ ਜਿਹੜਾ ਭਾਵਨਾ ਦੇ ਨਾਲ ਕਥਨ ਕਰਦਾ ਹੈ, ਕਹਿੰਦਾ ਹੈ, ਜਿਹੜਾ ਭਾਵਨਾ ਦੇ ਨਾਲ ਉਸ ਜਸ ਨੂੰ ਸੁਣਦਾ ਹੈ, ਉਹਦੀ ਦੁਰਮਤ ਜਿਹੜੀ ਖੋਟੀ ਬੁੱਧ ਹੈ, ਖੋਟੀ ਮੱਤ ਹੈ, ਉਹ ਨਾਸ਼ ਹੋ ਜਾਂਦੀ ਹੈ। ਜਦੋਂ ਖੋਟੀ ਬੁੱਧ ਨਾਸ਼ ਹੋ ਗਈ ਤੇ ਫਿਰ ਆਤਮ ਵਿਸ਼ੈਨੀ, ਆਤਮਾ ਨੂੰ ਵਿਸ਼ੇ ਕਰਨ ਵਾਲੀ ਜਿਹੜੀ ਮੱਤ ਹੈ, ਬੁੱਧ ਹੈ, ਉਹ ਪ੍ਰਕਾਸ਼ ਹੋ ਜਾਂਦੀ ਹੈ। ਉਹ ਮਤ ਬੁੱਧ ਜਿਸ ਦੇ ਪ੍ਰਥਾਏ ਗੁਰਬਾਣੀ ਨੇ ਬਚਨ ਕਿਹਾ, ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹਿ ਲਾਗੋ ਨਾਉ। ਉਹ ਮਤ ਦਾ ਪ੍ਰਵੇਸ਼ ਫਿਰ ਇਹ ਸਰੀਰ ਦੇ ਵਿੱਚ ਹੁੰਦਾ ਹੈ, ਜਿਹੜੀ ਮਤ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਚੰਗਾ ਸਮਝਦੀ। ਐਸੀ ਬੁੱਧ ਦਾ ਫਿਰ ਜੀਵਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਜਿਸ ਨੂੰ ਧਰਮ ਦੀ ਦੁਨੀਆ ਦੇ ਵਿੱਚ ਵੈਦਾਂਤਕ ਗ੍ਰੰਥਾਂ ਨੇ ਆਤਮ ਵਿਸ਼ੈ ਨਹੀਂ ਕਿਹਾ। ਆਤਮਾ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਉਸ ਉੱਤਮ ਮਤ ਦੇ ਦੁਆਰਾ ਹਰ ਵੇਲੇ ਉਹ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਆਰਾਧਦੇ ਰਹਿੰਦੇ, ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਰਹਿੰਦੇ। ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਜਸ ਕੀਤਾ, ਜਿਨ੍ਹਾਂ ਨੇ ਵੀ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਚੇਤੇ ਕੀਤਾ ਹੈ, ਆਰਾਧਿਆ ਹੈ, ਉਹ ਆਪ ਤਾਂ ਇਸ ਸੰਸਾਰ ਦੇ ਵਿੱਚੋਂ ਪਾਰ ਹੋ ਗਏ। ਜਿਹੜੇ ਉਹਨਾਂ ਦੇ ਨਿਕਟ ਵਰਤੀ ਸਨ, ਜਿਹੜੀ ਉਹਨਾਂ ਦੀ ਕੁੱਲ ਸੀ, ਉਹਨਾਂ ਆਪਣੀਆਂ ਕੁੱਲਾਂ ਨੂੰ ਵੀ ਬਖਸ਼ਾ ਲਿਆ। ਆਪਣੀਆਂ ਕੁੱਲਾਂ ਦਾ ਵੀ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਉਧਾਰ ਕਰ ਲਿਆ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਸ਼ਾਂਤ ਚਿੱਤ ਆਤਮਾ ਵਾਲੇ ਸੰਤ ਹਨ,
ਉਦਰਨ ਦਇਆਲੰ। ਦਿਆਲੂ ਸਵਰੂਪ ਪਰਮੇਸ਼ਰ ਨੇ ਉਹਨਾਂ ਨੂੰ ਉਦਰਨ ਉਧਾਰ ਲਿਆ। ਤੇ ਉਦਾਹਰਨ ਦਾ ਕਾਰਨ ਕੀ ਬਣਿਆ? ਆਸਰੰ ਗੋਪਾਲ ਕੀਰਤਨ ਹੈ। ਜਿਹੜਾ ਵਾਹਿਗੁਰੂ ਪ੍ਰਮਾਤਮਾ ਹੈ, ਉਸ ਦੇ ਨਾਮ ਦਾ ਆਸਰਾ ਉਹਨਾਂ ਨੇ ਤੱਕਿਆ ਹੈ। ਉਸ ਦੇ ਕੀਰਤਨ, ਉਸ ਦੇ ਜਸ ਦਾ ਆਸਰਾ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਤੱਕਣਾ ਕੀਤਾ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਇਹੋ ਜਿਹੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਹਨ, ਉਹਨਾਂ ਦਾ ਸੰਗ ਕਰਨਾ, ਉਹਨਾਂ ਦੇ ਨਾਲ ਮਿਲਾਪ ਕਰਨਾ, ਉਹ ਬੜਾ ਉਜਲ ਹੈ। ਕਿੰਨਾਂ ਦਾ ਸੰਗ ਕਰੀਏ? ਮਹਾਰਾਜ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੂੰ ਓਟ ਨਾਨਕ ਪਰਮੇਸ਼ਰ ਹੈ। ਕੇਵਲ ਜੋ ਪਰਮ ਈਸ਼ਰ ਹੈ, ਸਾਰਿਆਂ ਦੇ ਨਾਲੋਂ ਵੱਡਾ ਉਹ ਪ੍ਰਮਾਤਮਾ ਹੈ, ਉਸ ਦੀ ਹੀ ਓਟ ਆਸਰਾ ਹੈ ਜੀਵਨ ਦੇ ਵਿੱਚ। ਜਿਨ੍ਹਾਂ ਦਾ ਜੀਵਨ ਐਸਾ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈ। ਕੇਵਲ ਉਸ ਪਰਮੇਸ਼ਰ ਦਾ ਜੀਵਨ ਦੇ ਵਿੱਚ ਆਸਰਾ ਹੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਜਾਂ ਪਰਮੇਸ਼ਰ ਤੋਂ ਬਗੈਰ ਆਪਣੇ ਜੀਵਨ ਦੇ ਵਿੱਚ ਹੋਰ ਕਿਸੇ ਦੇ ਨਾਲ ਜੁੜਦੇ ਨਹੀਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਉਹਨਾਂ ਦਾ ਮਨ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੇ ਉੱਪਰ ਸਥਿਰਤਾ ਧਾਰਨ ਕਰ ਗਿਆ, ਟਿਕਿਆ ਹੋਇਆ ਹੈ ਉਹਨਾਂ ਦਾ ਮਨ। ਜਿਹੜੇ ਐਸੇ ਹਨ, ਜਿਹੜਾ ਉਹਨਾਂ ਦੀ ਸੰਗਤ ਕਰ ਲੈਂਦਾ ਹੈ, ਉਹ ਸੰਸਾਰ ਦੇ ਵਿੱਚ ਉਜਲ ਹੋ ਜਾਂਦਾ। ਪਰ ਗੁਰਬਾਣੀ ਦਾ ਬਚਨ ਹੈ, ਤਾਂ ਕਾ ਸੰਗ ਪਾਈਐ ਬੜ ਭਾਗੀ। ਜੇ ਚੰਗੇ ਕਰਮ ਹੋਣ, ਮਾੜੇ ਕਰਮ ਜੀਵਨ ਦੇ ਵਿੱਚੋਂ ਨਾਸ਼ ਹੋ ਜਾਣ, ਤਾਂ ਉਹਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਤਾਂ ਉਹਨਾਂ ਦੇ ਨਾਲ ਮਿਲਾਪ ਹੁੰਦਾ ਹੈ, ਤਾਂ ਉਹਨਾਂ ਦੇ ਨਾਲ ਮੇਲ ਹੁੰਦਾ ਹੈ। ਵੈਸੇ ਤੇ ਬੰਦਾ ਇੱਧਰ ਉੱਧਰ ਤਾਂ ਬਥੇਰੀਆਂ ਟੱਕਰਾਂ ਖਾਂਦਾ ਹੀ ਰਹਿੰਦਾ ਹੈ ਹਰ ਰੋਜ਼। ਕਦੀ ਕਿਸੇ ਦੀ ਪੂਜਾ, ਕਦੀ ਕਿਸੇ ਨੂੰ ਮਿਲ ਲਿਆ, ਕਦੀ ਕਿਸੇ ਨੂੰ ਦੁੱਖਾਂ ਦਾ ਹਾਰਕ ਸਮਝ ਕੇ ਉਸ ਦੇ ਅੱਗੇ ਹੱਥ ਜੋੜ ਲਏ, ਸਿਰ ਝੁਕਾ ਲਿਆ। ਤੇ ਉਹ ਵੀ ਫਿਰ ਵਹਿਮਾਂ ਭਰਮਾਂ ਦੇ ਵਿੱਚ ਦੁਨੀਆ ਦੇ ਲੋਕਾਂ ਨੂੰ ਪਾਉਂਦੇ, ਕਿਸੇ ਨੂੰ ਸਵਾਹ ਦੀਆਂ ਕੁੜੀਆਂ ਦੇਈ ਜਾਂਦੇ, ਧਾਗੇ ਤਵੀਤ ਕਿਸੇ ਨੂੰ ਪਾਣੀ ਦੀਆਂ ਬੋਤਲਾਂ ਹੀ ਭਰ ਭਰ ਦੇਈ ਜਾਂਦੇ। ਉਹ ਆਪ ਵੀ ਕੱਚੇ ਹਨ ਤੇ ਦੁਨੀਆ ਨੂੰ ਵੀ ਕੱਚੀ ਸੋਚ ਦੇ ਨਾਲ ਜੋੜ ਦਿੰਦੇ ਵੀ ਇਸ ਕਰਮਾਂ ਦੇ ਨਾਲ ਤੂੰ ਸਹੀ ਹੋ ਜਾਵੇਂ। ਪਰ ਧੰਨ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ, ਜਿਨ੍ਹਾਂ ਦੇ ਆਪਣੇ ਜੀਵਨ ਦੇ ਵਿੱਚ ਵੀ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ, ਆਪ ਵੀ ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਹੀ ਆਰਾਧਦੇ ਹਨ। ਤੇ ਜਿਹੜੇ ਉਹਨਾਂ ਦੇ ਪਾਸ ਜਾਂਦੇ, ਤਿਸ ਮਿਲਿਆ ਏਕ ਲਿਵ ਲਾਗੀ। ਉਹਨਾਂ ਨੂੰ ਮਿਲਣੇ ਕਰਕੇ ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਬੈਠਦੇ, ਉਹਨਾਂ ਨੂੰ ਇੱਕ ਸੱਚੇ ਪਰਮੇਸ਼ਰ ਦੇ ਨਾਲ ਉਹਨਾਂ ਦੀ ਲਿਵ ਜੁੜਦੀ ਹੈ। ਜਿਹੜੇ ਐਸੇ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਐਸਿਆਂ ਦਾ ਸੰਗ ਕਰਨਾ ਉਜਲ ਹੈ, ਐਸਿਆਂ ਦਾ ਸੰਗ ਕਰਨਾ ਭਲਾ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਦੁਨੀਆ ਦੇ ਲੋਕ ਕਹਿੰਦੇ ਕਿ ਚੰਦਨ ਬੜਾ ਠੰਡਾ ਹੈ, ਨਾਲ ਜਿਹੜਾ ਚੰਦਰਮਾ ਦੇ ਵਿੱਚੋਂ ਕਿਰਨਾਂ ਨਿਕਲਦੀਆਂ, ਉਹਨਾਂ ਦੇ ਵਿੱਚ ਬੜੀ ਸ਼ੀਤਲਤਾ ਹੀ ਹੈ। ਚੰਦਰਮਾ ਦੇ ਵਿੱਚ ਬੜੀ ਸ਼ੀਤਲਤਾ ਹੀ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ,
ਮੂਲ ਨ ਮਿਟਾਈ ਕਾਮ। ਮੂਲ ਦਾ ਅਰਥ ਹੁੰਦਾ ਹੈ ਮੁੱਢ ਤੋਂ ਹੀ। ਕਾਮ ਜਿਹੜੀ ਗਰਮੀ ਹੈ ਉਸ ਨੂੰ ਇਹ ਖਤਮ ਨਹੀਂ ਕਰ ਸਕਦੀ। ਜਦੋਂ ਵਿਦਿਆ ਪੜ੍ਹਦੇ ਸਾਂ ਤੇ ਉਸਤਾਦ ਜੀ ਨੇ ਬਚਨ ਸਮਝਾਇਆ ਸੀ ਕਿ 1 ਤੋਲਾ ਚੰਦਨ ਦਾ ਜੇ ਪਿਓਰ ਹੋਵੇ ਤੇ ਵੱਡਾ ਕੜਾਇਆ ਹੋਵੇ ਪਾਣੀ ਦਾ ਉਬਲਦਾ ਹੋਇਆ ਉਸ ਦੇ ਵਿੱਚ ਪਾ ਦਈਏ ਤੇ ਉਸ ਨੂੰ ਬਰਫ਼ ਜਮਾਉਣ ਦੀ ਸਮਰੱਥਾ ਰੱਖਦਾ ਹੈ, ਇੰਨਾ ਜ਼ਿਆਦਾ ਠੰਡਾ ਹੁੰਦਾ ਹੈ। ਪਰ ਜਿਹੜਾ ਇੰਨਾ ਜ਼ਿਆਦਾ ਠੰਡਾ ਹੈ ਜਦੋਂ ਉਸ ਨੂੰ ਰਗੜੋਗੇ ਉਸ ਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ। ਜਦੋਂ ਵੀ ਚੰਦਨ ਦੀ ਲੱਕੜੀ ਨੂੰ ਹੱਥ ਦੇ ਵਿੱਚ ਫੜ ਕੇ ਘਸਾਉਣ ਦਾ ਯਤਨ ਕਰੋਗੇ, ਜਿਵੇਂ ਜਿਵੇਂ ਉਹ ਗਰਮ ਹੋਈ ਜਾਵੇਗੀ ਤਿਵੇਂ ਤਿਵੇਂ ਉਹ ਸੜਨਾ ਸ਼ੁਰੂ ਹੋ ਜਾਵੇ। ਅੱਗ ਦੇ ਵਿੱਚ ਸਿੱਟ ਦੋ ਉਹ ਸੜ ਜਾਵੇਗੀ। ਜੇ ਅੱਗ ਵਿੱਚ ਹੈ ਤਾਂ ਹੀ ਸੜਦੀ ਹੈ। ਦੂਸਰਾ ਚੰਦਰਮਾ, ਜਿਹੜੇ ਪਤੀਵ੍ਰਤਾ ਧਰਮ ਵਾਲੀਆਂ ਇਸਤਰੀਆਂ ਹਨ, ਜਿਵੇਂ ਜਿਵੇਂ ਚੰਦਰਮਾ ਦੀਆਂ ਕਿਰਨਾਂ ਉਹਨਾਂ ਦੇ ਸਰੀਰ ਦੇ ਉੱਪਰ ਪਸਰਦੀਆਂ ਹਨ ਉਹਨਾਂ ਨੂੰ ਵਿਯੋਗ ਦਾ ਦੁੱਖ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ। ਫਿਰ ਸਰਦ ਰੁੱਤ, ਜਿਨ੍ਹਾਂ ਨੂੰ ਗਰਮੀ ਹੋਈ ਹੋਵੇ ਪਿੱਤ ਦੇ ਕਾਰਨ, ਪਿੱਤ ਰੋਗ ਹੋਵੇ, ਸਰਦੀ ਦੇ ਵਿੱਚ ਵੀ ਉਹ ਜਿਹੜੇ ਲੋਕ ਹਨ ਉਹ ਧੁੱਪੇ ਨਹੀਂ ਬਹਿ ਸਕਦੇ। ਵੈਸੇ ਸਰਦੀ ਦੀ ਰੁੱਤ ਦੇ ਵਿੱਚ ਧੁੱਪ ਚੰਗੀ ਲੱਗਦੀ ਹੈ, ਪਰ ਸਰਦੀ ਦੀ ਰੁੱਤ ਦੇ ਵਿੱਚ ਵੀ ਉਹ ਧੁੱਪੇ ਬਹਿਣਗੇ ਤੇ ਉਹਨਾਂ ਨੂੰ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਸੂਈਆਂ ਨਹੀਂ ਮਾਰ ਰਿਹਾ ਹੁੰਦਾ, ਇਵੇਂ ਹੋਣਾ ਸ਼ੁਰੂ ਹੋ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਠੀਕ ਹੈ, ਸਰਦੀ ਦੀ ਰੁੱਤ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਵੀ ਸੀਤਲਤਾ ਹੀ ਹੈ ਔਰ ਚੰਦਨ ਦੇ ਵਿੱਚ ਵੀ ਸੀਤਲਤਾ ਹੀ ਹੈ। ਪਰ ਮੂਲ ਨ ਮਿਟਾਈ ਕਾਮ। ਕਾਮ ਦਾ ਅਰਥ ਹੁੰਦਾ ਹੈ ਤਪਸ਼। ਮੁੱਢ ਤੋਂ ਜਿਹੜੀ ਇਹ ਤਪਸ਼ ਹੈ ਨਾ, ਇਸ ਨੂੰ ਦੂਰ ਨਹੀਂ ਕਰ ਸਕਦੀ। ਇਹਨਾਂ ਦੇ ਵਿੱਚ ਇੰਨੀ ਸਮਰੱਥਾ ਨਹੀਂ ਵੀ ਇਹ ਮੁੱਢ ਤੋਂ ਜਿਹੜੀ ਤਪਸ਼ ਹੈ ਉਸ ਨੂੰ ਮਿਟਾ ਸਕਣ। ਫਿਰ ਮਹਾਰਾਜ ਸਾਹਿਬ ਕਹਿੰਦੇ ਇਸ ਸੰਸਾਰ ਦੇ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੁਣੇ ਆ ਨਾ, ਸੰਸਕ੍ਰਿਤੀ ਦੀ, ਉਸ ਦੇ ਵਿੱਚ ਇੱਕ ਪਾਵਨ ਸ਼ਲੋਕ ਆਉਂਦਾ ਹੈ, ਨਹਿ ਸੀਤਲੰ ਚੰਦਰ ਦੇਵੈ, ਨਹਿ ਸੀਤਲੰ ਬਾਵਨ ਚੰਦਨੈ, ਨਹਿ ਸੀਤਲੰ ਸੀਤ ਰੁਤੇਨ, ਨਾਨਕ ਸੀਤਲੰ ਸਾਧ ਸਵਚਨੈ। ਕਹਿੰਦੇ ਦੁਨੀਆ ਦੇ ਲੋਕ ਇਹ ਗੱਲ ਕਹਿੰਦੇ ਚੰਦਰਮਾ ਬੜਾ ਠੰਡਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਹੀਂ ਠੰਡਾ। ਜਿੰਨੀ ਠੰਡਕ ਪਰਮੇਸ਼ਰ ਦੇ ਪਿਆਰੇ ਦੇ ਵਿੱਚ ਹੈ, ਉਨੀ ਠੰਡਕ ਚੰਦਰਮਾ ਦੇ ਵਿੱਚ, ਉਨੀ ਠੰਡਕ ਸਰਦੀ ਦੀ ਰੁੱਤ ਦੇ ਵਿੱਚ, ਉਨੀ ਜਿਹੜੀ ਠੰਡਕ ਹੈ ਬਾਵਨ ਚੰਦਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਮੌਜੂਦ ਨਹੀਂ ਹੈ। ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜੀ ਤਪਸ਼ ਵਾਲੀ ਅੰਸ਼ ਹੈ ਨਾ, ਉਹ ਛੁਪੀ ਹੋਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੂਲ ਨਾ ਮਿਟਾਈ ਕਾਮ। ਮੂਲ ਉੱਕਾ ਹੀ, ਮੁੱਢ ਤੋਂ ਜਿਹੜੀ ਕਾਮ ਤਪਸ਼ ਹੈ ਨਾ ਉਸ ਨੂੰ ਇਹ ਦੂਰ ਨਹੀਂ ਕਰ ਸਕਦੇ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਾਂ, ਅਸਲ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੈ ਉਹ ਸੀਤਲ ਠੰਡਾ ਹੋ ਜਾਂਦਾ, ਥੀਵੈ ਹੋ ਜਾਂਦਾ। ਕੌਣ ਠੰਡਾ ਹੁੰਦਾ ਹੈ? ਜਪੰਦੜੋ ਹਰ ਨਾਮ। ਜਿਹੜਾ ਹਰੀ ਦਾ ਨਾਮ ਜਪੰਦੜੋ ਜਪਦਾ ਹੈ, ਪਰਮੇਸ਼ਰ ਦੇ ਨਾਮ ਨੂੰ ਸਿਮਰਦਾ,
ਕਿੰਨੀ ਕੁ ਸੀਤਲਤਾ ਹੀ ਆ ਜਾਂਦੀ ਹੈ। ਉਹ ਤੱਤੀ ਤਵੀ ਦੇ ਉੱਪਰ ਬੈਠਾ ਹੋਇਆ ਵੀ ਪੱਗਰਦਾ ਨਹੀਂ, ਗੁੱਸਾ ਨਹੀਂ ਆਉਂਦਾ ਮਨ ਦੇ ਵਿੱਚ। ਅਗਲਾ ਸਟੈਪ ਪੁੱਟ ਲੈਂਦਾ ਹੈ। ਚੰਦੂ ਦੁਸਤ ਸਿਰ ਦੇ ਵਿੱਚ ਨਾਲ ਤੱਤਾ ਰੇਤਾ ਪਾਉਂਦਾ ਹੈ। ਸਰੀਰ ਦੇ ਉੱਪਰ ਤਾਂ ਸਾਰੇ ਫੁੱਲ ਹੋਏ ਹੋ ਜਾਂਦੇ, ਪਰ ਮਨ ਦੇ ਵਿੱਚ ਅਜੇ ਵੀ ਸ਼ਾਂਤੀ ਬਹਾਲ ਹੈ। ਮਨ ਚੋਂ ਅਜੇ ਵੀ ਪਰਮੇਸ਼ਰ ਦੇ ਪਰਥਾਏ ਹੋਏ ਬਚਲਾਉ ਨਿਕਲਦੇ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੂ। ਕਿੰਨੀ ਕੁ ਸੀਤਲਤਾ ਆ ਜਾਂਦੀ ਹੈ। ਆਪ ਇਤਿਹਾਸ ਪੜ੍ਹਦੇ ਹੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਾਂਦਨੀ ਚੌਂਕ ਦੇ ਵਿੱਚ 3 ਸਿੱਖ ਕੈਦ ਕੀਤੇ ਹੋਏ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਜਾਂਦਾ ਹੈ। ਭਾਈ ਸਤੀ ਦਾਸ ਜੀ ਦੇ ਸਰੀਰ ਦੇ ਉੱਪਰ ਇੱਕ ਮਨ ਰੂੰ ਲਪੇਟ ਕੇ ਤੇ ਅੱਗ ਲਾ ਦਿੱਤੀ ਜਾਂਦੀ ਹੈ। ਬੰਦੇ ਨੂੰ ਜਦੋਂ ਅੱਗ ਦਾ ਸੇਕ ਪੈਂਦਾ ਹੈ ਤੇ ਗਰਮੈਸ਼ ਸੁਭਾਵਕ ਹੈ ਸਰੀਰ ਦੇ ਵਿੱਚ ਪੈਦਾ ਹੁੰਦੀ ਹੈ। ਇੱਥੋਂ ਤੱਕ ਬਹੁਤੀ ਅੱਗ ਬਲਦੀ ਹੋਵੇ, ਬੰਦਾ ਪੂਰੀ ਸਰਦੀ ਦੇ ਵਿੱਚ, ਪੋਹ ਦੇ ਦਿਨਾਂ ਦੇ ਵਿੱਚ ਨਹੀਂ ਉਹਦੇ ਲਾਗੇ ਖਲੋ ਸਕਦਾ। ਕੁਝ ਸਮਾਂ ਤੇ ਖਲੋ ਸਕਦਾ ਹੈ, ਪਰ ਜੇ ਕਵੇ ਕਿ ਬਹੁਤ ਜ਼ਿਆਦੀ ਅੱਗ ਬਲਦੀ ਹੈ, ਮੈਂ ਨਜ਼ਦੀਕ ਹੋ ਕਰਕੇ ਲਗਾਤਾਰ ਹੀ ਸੇਕ ਲਵਾਂ, ਤੇ ਉਹ ਵੀ ਸਰੀਰ ਨੂੰ ਸੇਕ ਮਾਰਨਾ ਸ਼ੁਰੂ ਕਰ ਦਿੰਦਾ। ਪਰ ਕੋਈ ਪੋਹ ਦੀ ਰੁੱਤ ਨਹੀਂ ਸੀ। ਸਰੀਰ ਦੇ ਆਲੇ ਦੁਆਲੇ ਬੰਨਿਆ ਹੋਇਆ ਹੈ, ਰੂੰ ਲਪੇਟਿਆ ਹੋਇਆ ਹੈ, ਅੱਗ ਲੱਗੀ ਹੋਈ ਹੈ। ਧੰਨ ਭਾਈ ਸਤੀ ਦਾਸ ਮੁਖ ਦੇ ਵਿੱਚੋਂ ਹਾਏ ਸੇ ਗਰਮੀ ਨਹੀਂ ਕਹਿੰਦੇ, ਪਰਮੇਸ਼ਰ ਦਾ ਨਾਮ ਉਚਾਰ ਰਹੇ, ਗੁਰੂ ਕੀ ਬਾਣੀ ਪੜ੍ਹ ਰਹੇ ਹਨ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲਦੇ ਹੋਏ ਦੇਗ ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ। ਸਰੀਰ ਦੇ ਨਾਲੋਂ ਜਿੰਨਾ ਵੀ ਮਾਸ ਔਰ ਚਰਬੀ ਹੈ ਹੱਡਾਂ ਦੇ ਨਾਲੋਂ ਵੱਖਰੀ ਹੋ ਗਈ ਹੈ, ਪਰ ਜ਼ੁਬਾਨ ਤੋਂ ਹਾਏ ਸੀ ਨਹੀਂ, ਹਰ ਵੇਲੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਨਿਕਲ ਰਿਹਾ। ਇਵੇਂ ਇੱਕ ਨਹੀਂ ਅਨੇਕਾਂ ਹੀ ਗੁਰੂ ਕੇ ਸ਼ਹੀਦ ਸਿੰਘ ਸਿੰਘਣੀਆਂ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ, ਔਰ ਉਸ ਨਾਮ ਆਸਰੇ ਇੰਨੀ ਕੁ ਸੀਤਲਤਾ ਹੀ ਆ ਗਈ, ਇੰਨਾ ਕੁ ਸ਼ਾਂਤ ਸੁਭਾਅ ਹੋ ਗਿਆ। ਦੁੱਖ ਦੇ ਨੇ ਚਾਹੇ ਸਮੇਂ ਦੇ ਹਾਕਮ ਲੋਕਾਂ ਨੇ, ਪਰ ਉਹ ਜਿਹੜਾ ਦੁੱਖ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਦੁੱਖ ਦੇ ਵਿੱਚ ਵੀ ਉਹਨਾਂ ਨੂੰ ਦੁੱਖ ਪ੍ਰਤੀਤ ਨਹੀਂ ਹੋਇਆ, ਦੁੱਖ ਦੇ ਵਿੱਚ ਵੀ ਉਹਨਾਂ ਨੂੰ ਦੁੱਖ ਲੱਗਾ ਹੀ ਨਹੀਂ ਹੈ। ਪਰ ਇੰਨੀ ਠੰਡਕ, ਇੰਨੀ ਸੀਤਲਤਾ ਪ੍ਰਾਪਤ ਕਿੱਥੋਂ ਹੋਈ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਪੰਦੜੋ ਹਰ ਨਾਮ। ਪਰਮੇਸ਼ਰ ਦਾ ਨਾਮ ਜਪੰਦੜੋ ਜਿਹੜਾ ਜਪਦਾ ਹੈ ਉਹ ਸੀਤਲ ਥੀਵੈ। ਸੀਤਲ ਦਾ ਅਰਥ ਹੈ ਠੰਡਾ ਹੋ, ਥੀਵੈ ਦਾ ਅਰਥ ਹੈ ਹੋ ਜਾਂਦਾ ਹੈ। ਇੰਨੀ ਕੁ ਠੰਡਕ ਉਸ ਨੂੰ ਪ੍ਰਾਪਤ ਹੁੰਦੀ ਹੈ। ਔੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਜਿਹੜੇ ਵੀ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਜਨ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਆਸਰਾ ਤੱਕਦੇ ਰਹਿਣ। ਚਰਨ ਕਮਲ ਕੀ ਓਟ, ਜਿਨ੍ਹਾਂ ਨੂੰ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਓਟ ਸੀ, ਆਸਰਾ ਸੀ, ਉਹ ਸਾਰੇ ਜਨ ਸੰਸਾਰ ਦੇ ਵਿੱਚੋਂ ਉਧਰ ਗਏ, ਪਾਰ ਹੋ ਗਏ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਨ। ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪ੍ਰਿਥਵੀ ਨੂੰ ਰਚਨਹਾਰਾ, ਜਿਹੜਾ ਪ੍ਰਿਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਪ੍ਰਮਾਤਮਾ ਦਾ ਜਦੋਂ ਪ੍ਰਤਾਪ ਸੁਣਿਆ ਕਿ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ,
ਗੁਣੀ ਗਹੀਰਾ ਕੋਈ ਨਾ ਜਾਣੈ, ਤੇਰਾ ਕੀਤਾ ਕੇਵੜ ਚੀਰ। ਇਹ ਪਰਮੇਸ਼ਰ ਦਾ ਪ੍ਰਤਾਪ ਹੈ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨਿਰਭਉ ਭਏ ਮਨ। ਜਿਹੜਾ ਮਨ ਹੈ ਉਹ ਨਿਰਭਉ ਹੋ ਗਿਆ। ਨਿਰਭਉ ਦਾ ਅਰਥ ਹੁੰਦਾ ਬੇਖੌਫ ਹੋ ਗਿਆ। ਮਨ ਦੇ ਵਿੱਚ ਡਰ ਨਹੀਂ ਕਿਸੇ ਪ੍ਰਕਾਰ ਦਾ ਰਿਹਾ। ਦੁਨੀਆ ਦੇ ਲੋਕਾਂ ਨੂੰ ਡਰ ਸਤਾਉਂਦਾ ਹੈ। 7 ਪ੍ਰਕਾਰ ਦਾ ਡਰ ਹੈ। ਗੁਰੂ ਕੀ ਬਾਣੀ ਕਹਿੰਦੀ ਕਿਸੇ ਨਾ ਕਿਸੇ ਕਾਰਨ ਦੁਨੀਆ ਦੇ ਲੋਕ ਡਰ ਰਹੇ ਹਨ। ਇਹ ਭੈ ਭਾਵ ਪਰ ਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਥ। ਕਿਸੇ ਨੂੰ ਇੱਥੇ ਡਰ ਹੈ ਸੰਸਾਰ ਦੇ ਵਿੱਚ, ਕਿਸੇ ਨੂੰ ਜਨਮ ਤੋਂ ਹੀ ਡਰ ਲੱਗਦਾ ਹੈ, ਕਿਸੇ ਨੂੰ ਹਨੇਰੇ ਤੋਂ ਡਰ ਲੱਗਦਾ ਹੈ, ਕਿਸੇ ਨੂੰ ਇਕੱਲੇ ਰਹਿਣ ਤੋਂ ਡਰ ਲੱਗਦਾ ਹੈ। ਜਦੋਂ ਸਰੀਰ ਦੇ ਉੱਪਰ ਕੋਈ ਪੀੜਾ ਹੁੰਦੀ ਹੈ ਮਨੁੱਖ ਉਦੋਂ ਵੀ ਡਰ ਮਹਿਸੂਸ ਕਰਦਾ ਹੈ। ਕਿਸੇ ਨੂੰ ਆਪਣੀ ਜਾਤ ਵਾਲਿਆਂ ਤੋਂ ਹੀ ਡਰ ਹੁੰਦਾ ਹੈ ਵੀ ਇਹ ਮੈਨੂੰ ਮਾਰ ਹੀ ਨਾ ਦੇਣ। ਇਵੇਂ 7 ਪ੍ਰਕਾਰ ਦਾ ਡਰ ਵਿਦਾਤਕ ਗ੍ਰੰਥਾਂ ਦੇ ਵਿੱਚ ਕਥਨ ਕੀਤਾ ਹੋਇਆ। ਪਰ ਵਾਹਿਗੁਰੂ ਪਰਮਾਤਮਾ ਦੇ ਪਿਆਰੇ, ਜਦੋਂ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦਾ ਪ੍ਰਤਾਪ ਸੁਣਿਆ ਕਿ ਅਤ ਉੱਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰ, ਉਸ ਪਰਮੇਸ਼ਰ ਦਾ ਪ੍ਰਤਾਪ ਸੁਣਿਆ ਹੈ ਤਾਂ ਉਸ ਵੇਲੇ ਜਿਹੜਾ ਮਨ ਹੈ ਉਹ ਨਿਰਭਉ ਹੋ ਗਿਆ। ਮਨ ਕਰਕੇ ਉਹ ਨਿਰਭਉ ਬੇਖੌਫ ਹੋਏ ਹਨ। ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਉੱਕੀ ਟੋਟ ਨਹੀਂ ਆਉਂਦੀ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਧਨ ਇਕੱਤਰ ਕਰ ਲਿਆ। ਇਵੇਂ ਕਹਿ ਲਈਏ ਕਿ ਜਿਹੜਾ ਨਾਮ ਧਨ ਨੂੰ ਜਪਦੇ ਹਨ, ਜਿਹੜੇ ਨੇ ਨਾਮ ਧਨ ਨੂੰ ਇਕੱਤਰ ਕਰ ਲਿਆ ਹੈ, ਹਰ ਵੇਲੇ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਰਹਿੰਦੇ, ਉਹਨਾਂ ਨੂੰ ਟੋਟ ਨਾ ਆਵੇ ਮੂਲ ਉੱਕਾ ਹੀ ਜਿਹੜੀ ਟੋਟ ਨਹੀਂ ਆਉਂਦੀ ਸੰਸਾਰ ਦੇ ਵਿੱਚ। ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਜਿਹੜਾ ਸੰਗ ਹੈ, ਉਹਨਾਂ ਦੇ ਨਾਲ ਮੇਲ ਮਿਲਾਪ ਹੈ, ਚੰਗੇ ਭਾਗ ਹੋਣ ਤਾਂ ਉਹਨਾਂ ਦੀ ਪ੍ਰਾਪਤੀ ਹੁੰਦੀ। ਜਿਹੜੇ ਪਰਮੇਸ਼ਰ ਦੇ ਪਿਆਰੇ, ਉਹਨਾਂ ਦਾ ਮਿਲਾਪ, ਉਹਨਾਂ ਦੀ ਸੰਗਤ, ਉਹਨਾਂ ਦੇ ਨਾਲ ਮੇਲ ਜੋਲ ਜੇ ਵੱਡੇ ਪੁੰਨ ਹੋਣ ਤਾਂ ਭਾਈ ਪ੍ਰਾਪਤ ਹੁੰਦੀ ਹੈ। 8 ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। 8 ਪਹਿਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਉਹ ਧਿਆਉਂਦੇ ਹਨ ਤੇ ਇੱਛਾ ਹੁੰਦੀ ਹੈ ਕਿ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਜਸ ਹੈ ਉਸ ਨੂੰ ਨਿਤੀ ਸੁਣਦੇ ਰਹੀਏ, ਹਰ ਰੋਜ਼ ਹੀ ਸੁਣਦੇ, ਆਪ ਵੀ ਧਿਆਉਂਦੇ ਰਹਿੰਦੇ ਮਨ ਕਰਕੇ, ਤੇ ਕੰਨਾਂ ਦੇ ਨਾਲ ਵੀ ਪਰਮੇਸ਼ਰ ਦਾ ਜਿਹੜਾ ਜਸ ਹੈ ਉਸ ਨੂੰ ਸੁਣਦੇ ਹਨ, ਉਸ ਨੂੰ ਚੇਤੇ ਕਰਦੇ, ਉਸ ਵਾਹਿਗੁਰੂ ਪ੍ਰਮਾਤਮਾ ਨੂੰ ਹਿਰਦੇ ਕਰਕੇ ਧਿਆਉਂਦੇ ਰਹਿੰਦੇ, ਕੰਨਾਂ ਕਰਕੇ ਉਸ ਪਰਮੇਸ਼ਰ ਦਾ ਜਸ ਸੁਣਦੇ। ਜਿਹੜੇ ਇਹੋ ਜਿਹੇ ਪ੍ਰਮਾਤਮਾ ਦੇ ਪਿਆਰੇ ਨਾ, ਸੰਤ ਜਨਾਂ ਸਿਓ ਸੰਗ ਪਾਈਐ ਵੱਡੇ ਪੁੰਨ ਹੋਣ, ਚੰਗੇ ਕਰਮ ਹੋਣ ਤਾਂ ਇਹੋ ਜਿਹਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ। ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਦੀ ਸੰਗਤ ਪ੍ਰਾਪਤ ਹੁੰਦੀ, ਉਹਨਾਂ ਦਾ ਜੀਵਨ ਕੈਸਾ ਹੈ। ਮਹਾਰਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਮੇਸ਼ਾ ਦਇਆ ਕਰਨਾ, ਦਇਆ ਹੀ ਕਰਦੇ ਰਹਿੰਦੇ, ਹਮੇਸ਼ਾ ਹੀ ਵਾਹਿਗੁਰੂ ਪ੍ਰਮਾਤਮਾ ਨੂੰ ਅੰਗ ਸੰਗ ਜਾਣਦੇ। ਦੁਨੀਆ ਦੇ ਵਿੱਚ ਗੁਰਸਿੱਖੋ ਬੰਦਾ ਪਾਪ ਉਹ ਕਰਦਾ ਹੈ, ਜੀਵਾਂ ਨੂੰ ਉਹ ਮਾਰਦਾ ਹੈ, ਬੇਜ਼ੁਬਾਨਿਆਂ ਦੇ ਸਿਰਾਂ ਦੇ ਉੱਪਰ ਤਲਵਾਰ ਉਹ ਚਲਾਉਂਦਾ ਹੈ ਜਿਹੜਾ ਰੱਬ ਨੂੰ ਆਪਣੇ ਪਾਸ ਨਹੀਂ ਸਮਝਦਾ। ਜਿਹੜਾ ਇਹ ਜਾਣਦਾ ਹੈ ਕਿ ਪਰਮੇਸ਼ਰ ਮੇਰੇ ਹਜ਼ੂਰ ਹੈ, ਪਰਮੇਸ਼ਰ ਮੇਰੇ ਲਾਗੇ ਹੈ,
ਜਿਵੇਂ ਇੱਕ ਬੱਚਾ ਹੁੰਦਾ ਹੈ ਨਾ, ਜੇ ਮਾਂ-ਬਾਪ ਉਸ ਦਾ ਸਾਹਮਣੇ ਹੈ ਤੇ ਬੱਚਾ ਉਹ ਗਲਤੀ ਨਹੀਂ ਕਰਦਾ ਜਿਹੜੀ ਮਾਂ-ਬਾਪ ਨੂੰ ਮਾਫਕ ਨਾ ਹੋਵੇ। ਮਾਂ-ਪਿਓ ਸਾਹਮਣੇ ਹੈ, ਕੋਈ ਵੀ ਉਸ ਦਾ ਪੁੱਤਰ ਮਾਂ-ਪਿਓ ਦੇ ਸਾਹਮਣੇ ਪੈਸੇ ਚੋਰੀ ਕਰੇਗਾ, ਭੈੜੀ ਭੱਦੀ ਸ਼ਬਦਾਵਲੀ ਆਪਣੀ ਜ਼ੁਬਾਨ ਦੇ ਦੁਆਰਾ ਬੋਲੇਗਾ, ਐਸਾ ਕਰਮ ਕੋਈ ਵੀ ਨਹੀਂ ਕਰਦਾ ਜਿਹੜਾ ਉਸ ਦੇ ਮਾਤਾ ਪਿਤਾ ਨੂੰ ਮਾਫਕ ਨਾ ਹੋਵੇ, ਸਿਆਣਾ ਬੱਚਾ। ਐਵੇਂ ਜਿਹੜਾ ਗੁਰਸਿੱਖ ਵਾਹਿਗੁਰੂ ਪ੍ਰਮਾਤਮਾ ਨੂੰ ਆਪਣੇ ਸਦੀਵ ਕਾਲ ਨਿਕਟ ਸਮਝਦਾ ਹੈ ਨਾ, ਉਹ ਵੀ ਫਿਰ ਆਪਣੀ ਜ਼ੁਬਾਨ ਦੇ ਰਸ ਦੇ ਵਾਸਤੇ ਕਿਸੇ ਦਾ ਗਲਾ ਨਹੀਂ ਘੁੱਟਦਾ। ਆਪਾਂ ਅੱਗੇ ਵੀ ਕਈ ਵਾਰ ਸਾਖੀ ਸਰਵਣ ਕੀਤੀ ਹੈ। ਇੱਕ ਮਹਾਤਮਾ ਸੀ, ਆਪਣੇ ਚੇਲਿਆਂ ਦੀ ਪਰਖ ਕਰਨੀ ਚਾਹੀ ਤੇ ਦੋ ਚੇਲੇ ਸਨ, ਉਹਨਾਂ ਦੋਵਾਂ ਨੂੰ ਇੱਕ ਇੱਕ ਕੁਕੜੀ ਦੇ ਦਿੱਤੀ। ਦੋਵਾਂ ਨੂੰ ਕਿਹਾ ਕਿ ਇਹਨੂੰ ਉਸ ਜਗ੍ਹਾ ਦੇ ਉੱਪਰ ਮਾਰਨਾ ਹੈ ਜਿੱਥੇ ਤੁਹਾਨੂੰ ਕੋਈ ਵੀ ਦੇਖਦਾ ਨਾ। ਜਿਹੜਾ ਤੇ ਸਾਡੇ ਵਰਗਾ ਸੀ ਕਾਲਾ, ਉਹ ਕੰਧ ਦੇ ਉਹਲੇ ਗਿਆ ਤੇ ਉਸਨੇ ਉਹਦੀ ਧੌਣ ਮਰੋੜ ਦਿੱਤੀ। ਮਿੰਟੋ ਮਿੰਟ ਮਹਾਤਮਾ ਦੇ ਪਾਸ ਆ ਗਿਆ। ਮਹਾਤਮਾ ਜੀ ਦੇਖੋ, ਮੈਂ ਤੁਹਾਡਾ ਕਿਹਾ ਹੋਇਆ ਬਚਨ ਕਿੱਡੀ ਛੇਤੀ ਮੰਨਿਆ। ਕੋਈ ਨਹੀਂ ਦੱਸ ਸਕਦਾ ਮੈਂ ਇਸ ਕੁਕੜੀ ਦੀ ਧੌਣ ਕਿੱਥੇ ਮਰੋੜੀ ਹੈ। ਦੂਸਰਾ ਵਿਚਾਰਾ ਇੱਕ ਓਲੀ ਜਗ੍ਹਾ ਦੇ ਉੱਪਰ ਗਿਆ ਤੇ ਸੋਚਦਾ ਹੈ ਕਿ ਦੁਨੀਆ ਦੇ ਲੋਕ ਕਹਿੰਦੇ ਕੰਧਾਂ ਨੂੰ ਵੀ ਕੰਨ ਹੁੰਦੇ, ਆਕਾਸ਼ ਦੇ ਵਿੱਚ ਪਰਿੰਦੇ ਵੀ ਉੱਡ ਰਹੇ ਹਨ। ਜੇ ਕਿਸੇ ਆਕਾਸ਼ ਦੇ ਪਰਿੰਦੇ ਨਹੀਂ ਵੇਖ ਲਿਆ, ਵੇਖਣਾ ਹੀ ਹੈ, ਕੋਈ ਵੇਖ। ਜੰਗਲ ਦੇ ਵਿੱਚ ਸੁੰਨਸਾਨ ਜਗ੍ਹਾ ਚਲੇ ਗਿਆ, ਉੱਥੇ ਜਾ ਕੇ ਉਸ ਦੀ ਧੌਣ ਮਰੋੜਨ ਲੱਗਾ ਤੇ ਚੇਤੇ ਆ ਗਿਆ ਵੀ ਤੇਰੀਆਂ ਆਪਣੀਆਂ ਅੱਖਾਂ ਇਹਨੂੰ ਵੇਖ ਰਹੀਆਂ, ਕਿਸੇ ਨੇ ਨਹੀਂ ਨਾ ਵੇਖਿਆ। ਅੱਖਾਂ ਮੀਟ ਕੇ ਸਿਰ ਮਰੋੜਨ ਲੱਗਾ ਤੇ ਕਹਿਣ ਲੱਗਾ ਮਹਾਤਮਾ ਜੀ ਕੋ ਪੜ੍ਹਦਿਆਂ ਇੱਕ ਦਿਨ ਪੜ੍ਹਿਆ ਸੀ ਵੀ ਮਨ ਤੇ ਬੁੱਧ ਦੇ ਵੀ ਨੇਤਰ ਹੁੰਦੇ, ਇੱਕ ਮਨ ਨੇਤਰ ਹੁੰਦਾ, ਇੱਕ ਬੁੱਧ ਨੇਤਰ ਹੁੰਦਾ, ਅੰਤਰੀਵੀ ਅੱਖਾਂ। ਤੇ ਮੇਰਾ ਮਨ ਰੂਪੀ ਨੇਤਰ ਖੁੱਲਾ ਹੋਇਆ, ਉਹ ਅੰਦਾਜ਼ਾ ਲਾ ਰਿਹਾ ਕਿ ਮੈਂ ਹੁਣ ਇਸ ਦੀ ਧੌਣ ਮਰੋੜਨ ਲੱਗਾ। ਅਖੀਰਕਾਰ ਉਸਨੇ ਜਿਉਂਦੀ ਜਿਹੜੀ ਉਹ ਕੁਕੜੀ ਸੀ ਵਾਪਸ ਲਿਆਣ। ਮਹਾਤਮਾ ਕਹਿਣ ਲੱਗਾ ਓਏ ਤੂੰ ਇਹਨੂੰ ਮਾਰ ਕੇ ਨਹੀਂ ਲਿਆ। ਉਸ ਵੇਲੇ ਉਸ ਦਾ ਚੇਲਾ ਜਿਹਨੇ ਸਿੱਖਿਆ ਗ੍ਰਹਿਣ ਕੀਤੀ ਸੀ ਪਾਸ ਰਹਿ ਕੇ ਕਹਿਣ ਲੱਗੇ ਮਹਾਤਮਾ ਜੀ, ਸੰਸਾਰ ਦੇ ਵਿੱਚ ਇਹੋ ਜੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਕੋਈ ਨਾ ਦੇਖਦਾ। ਭਾਵੇਂ ਦੁਨੀਆ ਦੇ ਲੋਕ ਦੇਖਦੇ ਹੋਣ ਜਾਂ ਨਾ ਦੇਖਦੇ ਹੋਣ, ਪਰ ਤੁਹਾਡੇ ਚਰਨਾਂ ਚੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਹੈ ਕਿ ਰੱਬ ਤੇ ਹਰੇਕ ਜਗ੍ਹਾ ਦੇ ਉੱਪਰ ਬੰਦੇ ਨੂੰ ਦੇਖਦਾ ਹੈ ਨਾ। ਫਿਰ ਆਪਣੀਆਂ ਅੱਖਾਂ ਵੀ ਮੀਟ ਲਵਾਂਗਾ, ਮਨ ਬੁੱਧ ਦੇ ਨੇਤਰ ਹਨ ਉਹਨਾਂ ਨਾਲ ਦੇਖ ਲਿਆ, ਚਲੋ ਉਹ ਵੀ ਵਾਸ਼ਨਾ ਰੋਕ ਲਵਾਂਗਾ, ਪਰ ਰੱਬ ਨੂੰ ਵੇਖਣੋਂ ਕਿਵੇਂ ਢਾਵਾਂ? ਰੱਬ ਤੇ ਹਰੇਕ ਜਗ੍ਹਾ ਮੌਜੂਦ ਹੈ। ਤੁਸੀਂ ਦੱਸਿਆ ਹੈ ਰੱਬ ਬੰਦੇ ਦੇ ਹਰੇਕ ਕਰਮਾਂ ਨੂੰ ਦੇਖ। ਐਵੇਂ ਪਰਮੇਸ਼ਰ ਦੇ ਪਿਆਰੇ ਹਮੇਸ਼ਾ ਦਇਆ ਕਰਨੀ ਸਿਖਾਉਂਦੇ, ਔਰ ਜੀਵਨ ਦੇ ਵਿੱਚ ਜਿੰਨੇ ਧਰਮ ਪਾਲਣਾ ਹੈ ਉਸ ਦੇ ਜੀਵਨ ਦੇ ਵਿੱਚ ਦਇਆ ਜ਼ਰੂਰੀ ਹੈ। ਜਿਹੜਾ ਚਾਹੁੰਦਾ ਹੈ ਨਾ ਮੈਂ ਧਰਮ ਦੀ ਕਮਾਈ ਕਰਾਂ, ਮੈਂ ਧਰਮੀ ਬਣਾ, ਉਹਦੇ ਜੀਵਨ ਦੇ ਵਿੱਚ ਦਇਆ ਜ਼ਰੂਰੀ। ਜਿੰਨਾ ਚਿਰ ਮਾਂ ਨਹੀਂ ਉਹਨਾਂ ਚਿਰ ਪੁੱਤ ਨਹੀਂ ਨਾ ਕਦੀ ਵੀ ਪੈਦਾ ਹੁੰਦਾ। ਮਾਤਾ ਪਿਤਾ ਤੋਂ ਬਗੈਰ ਪੁੱਤਰ ਦੀ ਪ੍ਰਾਪਤੀ ਨਹੀਂ ਤੇ ਦਇਆ ਸੰਤੋਖ ਤੋਂ ਬਗੈਰ ਧਰਮ ਦੀ ਪ੍ਰਾਪਤੀ। ਧੰਨ ਗੁਰੂ ਸ੍ਰੀ ਗੁਰੂ
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਉਹ ਦਇਆ ਕਰਨ, ਹਰ ਵੇਲੇ ਹੀ ਦਇਆ ਕਰਦੇ ਰਹਿੰਦੇ ਜੀਵਨ ਦੇ ਉੱਪਰ, ਹਰ ਵੇਲੇ। ਦੁੱਖ ਹਰਨੰ ਉਚਰਨੰ ਨਾਮ ਕੀਰਤਨ ਹੈ। ਜਿਹੜਾ ਦੁੱਖਾਂ ਦਾ ਹਾਰਕ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਹੈ, ਉਸ ਦੇ ਨਾਮ ਨੂੰ ਹਮੇਸ਼ਾ ਹੀ ਉਚਾਰਦੇ ਹਨ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਉਹ ਖਟ ਭਗਾ ਸੰਪੰਨ, ਪੁਰੀਆਂ ਨੂੰ ਖੈ ਕਰਨ ਦੀ ਸਮਰੱਥਾ ਰੱਖਣ ਵਾਲਾ ਦਿਆਲੂ ਪਰਮਾਤਮਾ ਨਹੀਂ ਲਿਪਾਏ ਮਾਨ ਹੁੰਦਾ ਮਾਇਆ ਦੇ ਵਿੱਚ। ਜਿਵੇਂ ਕਰ ਲਈਏ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਲਿਪਤ ਨਾ ਮਾਇਆ। ਜਿਹੜੇ ਪਰਮੇਸ਼ਰ ਦੇ ਪਿਆਰੇ ਦਇਆ ਕਰਦੇ, ਰੱਬ ਦਾ ਨਾਮ ਉਚਾਰਦੇ ਨਾ, ਉਹ ਕਦੀ ਵੀ ਕਿਸੇ ਪ੍ਰਕਾਰ ਮਾਇਆ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦੇ। ਮਾਇਆ ਦੇ ਵਿੱਚ ਜਿਹੜਾ ਹੈ ਨਾ ਉਹ ਫਸਦੇ ਨਹੀਂ ਹਨ। ਦਇਆ ਕਰਨਾ, ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ, ਸਿੱਖੋ ਦਇਆ ਕਰਨੰ, ਦਇਆ ਕਰਿਆ। ਜੇ ਦਇਆ ਕਰੋਗੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਖਾਤਮਾ ਹੋਵੇਗਾ। ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੇ। ਦਇਆ ਕਰਿਆ ਕਰੋ, ਬੇਜ਼ੁਬਾਨਿਆਂ ਨੂੰ ਮਾਰਿਆ ਨਾ ਕਰੋ, ਗਰੀਬ ਗੁਰਬੇ ਦੇ ਉੱਪਰ ਹਮੇਸ਼ਾ ਦਇਆ ਤੇ ਪਰਮੇਸ਼ਰ ਦਾ ਨਾਮ ਉਚਾਰਨਾ ਕਰੋ। ਤੁਹਾਡੇ ਜਿਹੜੇ ਸਾਰੇ ਦੁੱਖ ਉਹ ਨਾਸ਼ ਹੋ ਜਾਣਗੇ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਉਹ ਜਿਹੜਾ ਦਿਆਲੂ ਹੈ, ਪੁਰਖ ਹੈ, ਪੂਰਿਆ ਹੋਇਆ ਇੱਕ ਹੈ, ਆਕਾਸ਼ ਦੀ ਨਿਆਈ ਸਾਰੀਆਂ ਜਗਤ ਦੀ। ਐਸਾ ਜੋ ਭਗਵਾਨ ਸਵਰੂਪ ਪ੍ਰਮਾਤਮਾ ਹੈ ਨਾ, ਨਾਨਕ ਲਿਪਤ ਨਾ ਮਾਇਆ। ਉਹ ਮਾਇਆ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਜਿਹੜਾ ਉਸ ਦੇ ਨਾਮ ਜਪਦੇ ਉਹ ਵੀ ਮਾਇਆ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦੇ, ਮਾਇਆ ਦੇ ਵਿੱਚ ਫਸਦੇ ਨਹੀਂ ਹਨ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਨ੍ਹਾਂ ਦਾ ਰਖੰਦੜੋ ਰਾਖਾ ਵਾਹਿਗੁਰੂ ਪਰਮਾਤਮਾ ਆਪ ਬਣਿਆ, ਜਿਨ੍ਹਾਂ ਦਾ ਰਖਵਾਲਾ ਪਰਮੇਸ਼ਰ ਆਪ ਬਣਿਆ। ਉਹਨਾਂ ਦੇ ਅੰਦਰ ਬਲੰਦੜੀ ਬਲ ਰਹੀ, ਜਿਹੜੀ ਪਾਹੇ ਅੱਗ ਸੀ ਨਾ ਤ੍ਰਿਸ਼ਨਾ ਦੀ, ਉਹ ਬੁਝ ਗਈ ਹੈ, ਮਿਟ ਗਈ ਹੈ, ਖਤਮ ਹੋ ਗਈ ਹੈ। ਆਸਾ ਤ੍ਰਿਸ਼ਨਾ ਦੀ ਜਿਹੜੀ ਅੱਗ ਸੀ ਜਾਂ ਲੋਭ ਦੀ ਅੱਗ ਸੀ, ਉਹ ਸਾਰੀ ਨਾਸ਼ ਹੋ ਗਈ, ਖਤਮ ਹੋ ਗਈ। ਜਿਨ੍ਹਾਂ ਦਾ ਰਖਵਾਲਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਆਪ ਬਣਿਆ ਹੈ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਜਿਸ ਪਰਮੇਸ਼ਰ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਇਹ ਸ੍ਰਿਸ਼ਟੀ ਪੈਦਾ ਕੀਤੀ। ਮੇਦਨੀ ਇਸ ਨੂੰ ਤਿਆਗ ਕਿਹਾ ਜਾਂਦਾ ਹੈ ਕਿ ਮੱਧ ਕੈਡਪ ਨਾਮੇ ਸੰਸਾਰ ਦੇ ਵਿੱਚ ਦੈਤ ਹੋਇਆ। ਉਹਦਾ ਜਿਹੜਾ ਮੇਧਾ ਸੀ ਨਾ, ਮੇਧਾ, ਉਹ ਇਹ ਸਾਰਾ ਮਾਤ ਲੋਕ ਹੈ। ਐਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖੀ, ਤਾਂ ਇਹਨੂੰ ਮੇਦਨੀ ਸ਼ਬਦ ਕਿਹਾ ਜਾਂਦਾ। ਜਿਸ ਵਾਹਿਗੁਰੂ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਉਸ ਵਾਹਿਗੁਰੂ ਪ੍ਰਮਾਤਮਾ ਦਾ ਜਾਪ ਕਰੋ ਭਾਈ ਰਸਨਾ ਦੇ ਦੁਆਰਾ। ਵਾਹਿਗੁਰੂ ਵਾਹਿਗੁਰੂ ਐਵੇਂ ਉਚਾਰਨ ਕਰੋ ਉਸ ਵਾਹਿਗੁਰੂ ਪ੍ਰਮਾਤਮਾ ਦਾ। ਪੌੜੀ ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਜਾ ਪ੍ਰਭ ਜਿਸ ਦੇ ਉੱਪਰ ਉਹ ਸਮਰੱਥ ਪਰਮੇਸ਼ਰ ਅਕਾਲ ਪੁਰਖ ਦਿਆਲੂ ਹੋ ਜਾਣ, ਨਾ ਵਿਆਪੈ ਮਾਇਆ। ਉਹਨੂੰ ਮਾਇਆ ਵਿਆਪਦੀ ਨਹੀਂ ਉਸ ਦੇ ਜੀਵਨ ਦੇ। ਨਹੀਂ ਤਾਂ ਗੁਰਬਾਣੀ ਦਾ ਬਚਨ ਹੈ ਕਿ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੀ ਪ੍ਰਕਾਰ ਦੀ ਮਾਇਆ ਵਿਆਪ ਰਹੀ ਹੈ। ਇੰਨੀ ਸਮਰੱਥਾ ਹੈ ਇਸ ਦੀ
ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਰਾਗ ਗੁਜਰੀ ਦੇ ਵਿੱਚ ਅੰਕਿਤ ਕੀਤਾ ਹੈ। ਕਹਿੰਦੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਜਿਹੜੇ ਵੱਡੇ ਵੱਡੇ ਜੋਗੀ, ਜਤੀ, ਬ੍ਰਹਮਚਾਰੀ, ਤਪੀਸ਼ਵਰ, ਜੋਗੀਸ਼ਵਰ, ਅੱਗੇ ਕਹਿ ਲਈਏ ਗਿਆਨੀ, ਧਿਆਨੀ, ਤਤ ਬੇਤੇ ਵੀ ਸਦਵਾਉਂਦੇ ਸਨ, ਛੱਡਿਆ ਉਸ ਨੂੰ ਵੀ ਨਹੀਂ ਸੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਹਰੇਕ ਨੂੰ ਚਿੰਬੜ ਗਏ। ਬਚਿਆ ਉਹ ਜਿਹਨੂੰ ਰੱਬ ਨੇ ਬਚਾਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਰੂਪ ਇਸ ਦਾ ਕਥਨ ਕੀਤਾ ਹੈ। ਏਕ ਮਦੀ ਦੂਜੈ ਤਰਨ, ਤੀਜੈ ਅਤ ਧਨ ਧਾਮ, ਪਾਪ ਕਰਨ ਤੇ ਕਿਉਂ ਬਚੇ, ਬਚੇ ਬਚਾਵੈ ਰਾਮ। ਮਾਇਆ ਜਦੋਂ ਵਿਆਪਤੀ ਹੈ ਤੇ ਮਾਇਆ ਦੇ ਆਸਰੇ ਬੰਦਾ ਪਾਪ ਕਰਨ ਦੀ ਸਮਰੱਥਾ ਰੱਖਦਾ, ਕਿਉਂਕਿ ਰੱਬ ਦਾ ਡਰ ਭੁੱਲ ਜਾਂਦਾ ਹੈ। ਪਾਪ ਕਰਦਾ ਹੈ ਫਿਰ ਪਾਪੀ ਬਣ ਜਾਂਦਾ ਹੈ। ਜਦੋਂ ਪਾਪੀ ਬਣ ਜਾਂਦਾ ਹੈ ਫਿਰ ਰੱਬ ਦੀ ਦਰਗਾਹ ਦੇ ਵਿੱਚ ਉਸ ਨੂੰ ਸਜ਼ਾਵਾਂ ਮਿਲਦੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਲੋਕ ਸਨ, ਆਪਣੇ ਆਪ ਨੂੰ ਜੋਗੀ ਕਹਾਉਂਦੇ, ਆਪਣੇ ਆਪ ਨੂੰ ਜਤੀ ਕਹਾਉਂਦੇ, ਫਿਰ ਇਸੇ ਤਰੀਕੇ ਦੇ ਨਾਲ ਗਿਆਨੀ, ਧਿਆਨੀ, ਤਤ ਵੇਤੇ ਸਦਵਾਉਂਦੇ। ਜਦੋਂ ਮਾਇਆ ਉਹਨਾਂ ਦੇ ਉੱਪਰ ਵਿਆਪੀ ਤੀ, ਉਹਨਾਂ ਦੀ ਔਕਾਤ ਹੀ ਕੋਈ ਨਾ ਰਹੀ। ਮਾਇਆ ਦੇ ਦੁਨੀਆ ਦੇ ਵਿੱਚ ਬੜੀ ਉੱਚੀ ਪਦਵੀ ਸੀ, ਪਰ ਮਾਇਆ ਦੇ ਅੱਗੇ ਉਹਨਾਂ ਦੀ ਕੋਈ ਔਕਾਤ ਨਹੀਂ ਰਹੀ। ਇੰਨੀ ਪ੍ਰਬਲ ਹੈ ਇਹ ਮਾਇਆ। ਗੁਰਬਾਣੀ ਦਾ ਆਪ ਬਚਨ ਪੜ੍ਹਦੇ ਹੋ, ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ। ਦੰਦ ਕੋਈ ਨਹੀਂ, ਪਰ ਸਾਰਾ ਸੰਸਾਰ ਚੱਬੀ ਜਾ ਰਹੀ ਹੈ। ਸਾਰੇ ਸੰਸਾਰ ਨੂੰ ਨਿਗਲਿਆ ਹੋਇਆ ਹੈ ਇਸ ਅੰਤਰੀਵੀ ਦੰਦ ਹਨ। ਕਿਉਂ ਇਹਨੂੰ ਕਿਸੇ ਦੇ ਕਿਉਂਕਿ 32 ਹੁੰਦੇ ਨੇ, ਤੇ ਮਹਾਂਪੁਰਖਾਂ ਨੇ ਦੱਸਿਆ ਵੀ ਕਿਸੇ ਨੂੰ ਤ੍ਰਿਸ਼ਨਾ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਲਾਲਚ ਦਾ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਸ਼ਬਦ ਦਾ, ਕਿਸੇ ਨੂੰ ਸਪਰਸ਼ ਦਾ, ਇਵੇਂ 32 ਗਨਾਏ ਮਹਾਂਪੁਰਖਾਂ ਨੇ। ਕੋਈ ਨਾ ਕੋਈ ਦੰਦ ਕਿਸੇ ਦੇ ਚੁਭਿਆ ਹੋਇਆ ਹੈ। ਜਦੋਂ ਦੰਦ ਚੁਭਦਾ ਹੈ ਫਿਰ ਖੂਨ ਵੀ ਨਿਕਲਦਾ, ਮਨ ਦੇ ਵਿੱਚ ਗੁੱਸਾ ਵੀ ਭਰਦਾ ਹੈ। ਫਿਰ ਧਰਮ, ਜਦੋਂ ਜਿਸ ਬੰਦੇ ਦੇ ਜੀਵਨ ਦੇ ਵਿੱਚ ਗੁੱਸਾ ਆ ਗਿਆ, ਧਰਮ ਖਤਮ ਹੋ ਜਾਂਦਾ ਹੈ। ਇਵੇਂ ਜਦੋਂ ਮਾਇਆ ਆਪਣਾ ਕੋਈ ਨਾ ਕੋਈ ਦੰਦ ਚੁਭਾਉਂਦੀ ਹੈ ਨਾ ਬੰਦੇ ਨੂੰ, ਫਿਰ ਬੰਦੇ ਨੂੰ ਗੁੱਸਾ ਨਹੀਂ ਆਉਂਦਾ, ਬੰਦੇ ਨੂੰ ਹੰਕਾਰ ਆਉਂਦਾ ਹੈ ਵੀ ਮੇਰੇ ਵਰਗਾ ਵੀ ਕੋਈ ਹੈਗਾ। ਉਹ ਹੰਕਾਰ ਹੀ ਮਨੁੱਖਾ ਜੀਵਨ ਦੀ ਘਾਣ ਕਰਨ ਦੀ ਸਮਰੱਥਾ ਰੱਖਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਉੱਪਰ ਉਹ ਦਿਆਲੂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਉਹ ਸਮਰੱਥ ਹਨ। ਉਹਨਾਂ ਦੇ ਉੱਪਰ ਜਿਹੜੀ ਮਾਇਆ ਹੈ ਉਹ ਵਿਆਪਦੀ ਨਹੀਂ ਹੈ। ਕੋਟ ਅੱਗਾ ਗਏ ਨਾਸ, ਹਰ ਇੱਕ ਧਿਆਇਆ। ਕਰੋੜਾਂ ਜਿਹੜੇ ਪਾਪ ਹਨ ਉਹ ਨਾਸ਼ ਹੋ ਗਏ। ਕਿਵੇਂ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆਉਣੇ ਕਰ। ਜਦੋਂ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਇਆ ਨਾ ਮਨ ਕਰਕੇ, ਉਸ ਦਾ ਧਿਆਨ ਧਾਰਿਆ, ਧਿਆਨ ਦੇ ਵਿੱਚ ਉਸ ਨੂੰ ਲਿਆਂਦਾ, ਉਸ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਜਪਣ ਤੋਂ ਬਾਅਦ ਉਸ ਨੂੰ ਧਿਆਇਆ, ਉਸ ਨੂੰ ਸਿਮਰਿਆ, ਉਸ ਨੂੰ ਚੇਤੇ ਕੀਤਾ, ਤਾਂ ਕਰੋੜਾਂ ਪਾਪ ਨਾਸ਼ ਹੋ ਗਏ। ਬੜੀ ਹੈਰਾਨੀ ਦੀ ਗੱਲ ਹੈ, ਪਾਪ ਕਈ ਪ੍ਰਕਾਰ ਦੇ ਹਨ। ਗੁਰਬਾਣੀ ਦੇ ਵਿੱਚ 4 ਪ੍ਰਕਾਰ ਦੇ ਪਾਪ ਮੰਨੇ। ਬ੍ਰਾਹਮਣ ਕੈਲੀ ਘਾਤ, ਕੰਨਿਕਾ ਅਨਚਾਰੀ ਕਾ ਧਾਨ। ਇਹਨਾਂ ਦਾ ਫਲ ਅਗਲੀ ਪੰਕਤੀ ਵਿੱਚ ਦੱਸਿਆ। ਫਿਟਕ ਫਿਟਕਾ ਕੋੜ ਬਧੀਆ, ਸਦਾ ਸਦਾ ਅਭਿਮਾਨ। ਪਾਹੇ ਏਤੇ ਜਾਹੇ ਵਿਸਰ, ਨਾਨਕਾ ਇਕ ਨਾਮ। ਭਾਵ ਜੇ ਨਾਮ ਨਹੀਂ ਤੇ ਇਹ ਪਾਪ ਜੀਵਨ ਦੇ ਵਿੱਚ ਹੈ ਵੀ। ਹੁਣ ਜਦੋਂ ਪਰਮੇਸ਼ਰ ਦਾ ਨਾਮ ਵਸ ਗਿਆ, ਧਿਆਉਣਾ ਸ਼ੁਰੂ ਕਰਤਾ, ਇਹ ਜਿਹੜੇ ਪਾਪ ਇਹ ਨਾਸ਼ ਹੋਣੇ, ਖਤਮ ਹੋਣੇ ਸ਼ੁਰੂ ਹੋ ਗਏ। ਮਹਾਰਾਜ ਇੱਕ ਪਰਮੇਸ਼ਰ ਦਾ ਨਾਮ ਹੀ ਜਪਣੇ ਕਰਕੇ ਸਾਰੇ ਪਾਪ ਕਿਵੇਂ ਨਾਸ਼ ਹੁੰਦੇ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਆਪ ਜੀ ਨੇ ਉਹ ਵਿਚਾਰ ਵੀ ਸਰਵਣ ਕੀਤੀ ਹੈ।
ਜੈਸਰੀ ਦੇ ਵਾਰ ਦੇ ਸ਼ਲੋਕਾਂ ਦੇ ਵਿੱਚ ਕਿ ਈਰਦਨ ਕੀਤੋ ਮੂੰਹ ਕਹਣਾ ਭੋਰੀ ਦਿੱਤੀਮ ਪਾਹੇ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਦੁਖੜੇ ਉਲਾਹੇ। ਜਿਵੇਂ ਬੜਾ ਵੱਡਾ ਲੱਕੜਾਂ ਦਾ ਢੇਰ ਹੋਵੇ ਨਾ, ਤੇ ਜਿੱਡਾ ਵੱਡਾ ਲੱਕੜਾਂ ਦਾ ਢੇਰ ਹੈ ਉਨੀ ਉਹਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ। ਲੋੜ ਹੈ ਇੱਕ ਚਿੰਗਾਰੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਜਿਸ ਵੇਲੇ ਬਾਮਨ ਨੇ ਆਪਣਾ ਸਵਰੂਪ ਬ੍ਰਾਹਮਣਾਂ ਵਾਲਾ ਧਾਰਨ ਕੀਤਾ, ਬਲ ਰਾਜੇ ਦੇ ਪਾਸ ਗਿਆ, ਤੇ ਉਸ ਵੇਲੇ ਜਿਹੜਾ ਬਲ ਰਾਜੇ ਦਾ ਗੁਰੂ ਸੀ ਸ਼ੁਕਰਾਚਾਰੀਆ, ਉਸ ਨੂੰ ਪਤਾ ਲੱਗ ਗਿਆ, ਲੱਗਾ ਵੀ ਇਹਨੂੰ ਬ੍ਰਾਹਮਣ ਨਾ ਜਾਣੀ, ਇਹ ਤੈਨੂੰ ਛਲਣ ਦੇ ਵਾਸਤੇ ਕੋਈ ਛਲੀਆ ਬਣ ਕੇ ਆਇਆ। ਤੇ ਉਸ ਵੇਲੇ ਬਾਦ ਰਾਜਾ ਕਹਿਣ ਲੱਗਾ, ਸਸਕ ਸਮਾਨ ਨਾ ਦਿਜ ਮਹਿਸਾਸਾ, ਕਸ ਕਰ ਹੈ ਇਹ ਜਗ ਬੇਨਾਸਾ। ਕਹਿੰਦੇ ਸਹਿਜ ਨੇ ਬਾਹਮਣ ਦੇ ਵਿੱਚ ਸਾਹ ਆ, ਤੇ ਇਹ ਮੇਰਾ ਸਾਰਾ ਰਾਜ ਭਾਗ ਨਾਸ਼ ਕਰ ਦੇ, ਇਨੀ ਇਹਦੇ ਵਿੱਚ ਸਮਰੱਥਾ ਹੈ। ਤਾਂ ਉਸ ਵੇਲੇ ਜਿਹੜਾ ਇਸ ਦਾ ਗੁਰੂ ਸੀ ਸ਼ੁਕਰਾਚਾਰੀਆ, ਉਸਨੇ ਸਮਝਾਇਆ, ਉਹ ਭਲਿਆ ਹੰਕਾਰ ਨਾ ਕਰ, ਜੈਸੇ ਚਿੰਗਾਰੀ ਅਗਨ ਕੀ ਬਨ ਕੋ ਦੇਤ ਜਲਾਏ। ਕਹਿੰਦੇ ਜਿੱਡਾ ਵੱਡਾ ਜੰਗਲ ਹੋਵੇ ਉਨੀ ਅੱਗ ਲਾਉਣ ਦੀ ਨਹੀਂ ਲੋੜ ਪੈਂਦੀ। ਉਹ ਸਾਰੇ ਜੰਗਲ ਨੂੰ ਤਬਾਹ ਕਰਨ ਦੇ ਵਾਸਤੇ ਇੱਕ ਚਿੰਗਾਰੀ ਕਾਫੀ ਹੈ। ਵਿਦਵਾਨਾਂ ਮਹਾਂਪੁਰਖਾਂ ਨੇ ਇਵੇਂ ਦੱਸਿਆ ਹੈ ਕਿ ਜਿਹੜੀ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਉਸ ਨੂੰ ਦਾਵਾ ਅੱਗ ਕਿਹਾ ਜਾਂਦਾ ਹੈ। ਦਾਵਾ ਨਾਲ ਅਗਨੀ ਵੀ ਇਸ ਨੂੰ ਕਹਿੰਦੇ ਹਨ। ਵੈਸੇ ਦਾਵਾ ਅਨਲ ਬਣ ਜਾਂਦੀ ਹੈ। ਅਨਲ ਦਾ ਅਰਥ ਅੱਗ ਹੁੰਦਾ ਹੈ, ਵੀ ਉਹ ਦਾਵਾ ਅਗਨੀ। ਲੱਗਣ ਦਾ ਤਰੀਕਾ ਕੀ ਹੈ? ਜੇਠ ਹਾੜ ਦੀਆਂ ਗਰਮੀ ਦੀ ਰੁੱਤ ਦੇ ਵਿੱਚ ਜਦੋਂ ਹਵਾਵਾਂ ਚੱਲਦੀਆਂ ਨੇ, ਬਾਂਸ ਸੁੱਕੇ ਹੁੰਦੇ, ਉਹਨਾਂ ਨੂੰ ਪਾਣੀ ਦੀ ਪ੍ਰਾਪਤੀ ਨਹੀਂ ਹੁੰਦੀ। ਹਵਾ ਦੇ ਨਾਲ ਦੋ ਬਾਂਸ ਆਪਸ ਵਿੱਚ ਦੀ ਕਸਰਾ ਖਾਂਦੇ ਹਨ, ਘਸਦੇ ਹਨ, ਉਹਨਾਂ ਵਿੱਚੋਂ ਚਿੰਗਾਰੀ ਪੈਦਾ ਹੁੰਦੀ। ਜਿਹੜਾ ਸੁੱਕਾ ਘਾਹ ਵਾਸ ਦੀਆਂ ਜੜ੍ਹਾਂ ਦੇ ਵਿੱਚ ਹੁੰਦਾ ਉਸ ਨੂੰ ਅੱਗ ਲੱਗਦੀ। ਪਹਿਲੋਂ ਵਾਸਾਂ ਨੂੰ ਲੱਗਦੀ, ਹੌਲੀ ਹੌਲੀ ਇਹ ਜਿਹੜੀ ਅੱਗ ਹੈ ਨਾ, ਇਹ ਜੰਗਲਾਂ ਦੇ ਜੰਗਲ ਤਬਾਹ ਕਰਨ ਦੀ ਸਮਰੱਥਾ ਰੱਖਦੀ। ਇਸ ਤੋਂ ਪਿਛਲੇ ਸਾਲ ਇਹ ਜਿਹੜੀ ਅੱਗ ਸੀ ਆਸਟ੍ਰੇਲੀਆ ਦੇ ਵਿੱਚ ਲੱਗੀ ਹੋਈ ਸੀ। ਤੇ ਜਿਵੇਂ ਆਪਣੇ ਪੋਹ ਮਾਘ ਦੇ ਦਿਨਾਂ ਦੇ ਵਿੱਚ ਧੁੰਦ ਹੁੰਦੀ ਨਾ, ਜਿਸ ਵੇਲੇ ਸ਼ਾਮ ਨੂੰ ਸੂਰਜ ਛਿਪ ਜਾਣਾ, ਇਵੇਂ ਇਹਨਾਂ ਸੰਘਣਾ ਧੂਆਂ ਹੋ ਜਾਂਦਾ ਸੀ ਤੇ ਲੱਗਦੀ ਹੈ ਬਾਸਾਂ ਤੋਂ। ਜੰਗਲਾਂ ਦੇ ਜੰਗਲ, ਜੀਵ ਜੰਤੂ, ਪਤਾ ਨਹੀਂ ਕਿੰਨੇ ਕਿੰਨੇ ਕੋ ਅੱਗ ਦੀਆਂ ਲਾਟਾਂ ਹੀ ਜਾਂਦੀਆਂ ਸੀ। ਅੱਗ ਤੇ ਜਿਹੜੀ ਲੱਗੀ ਸੀ ਉਹਦੀ ਲਾਟ ਹੀ ਪਤਾ ਨਹੀਂ ਕਿੰਨੇ ਕਿੰਨੇ ਕੋ ਜਾਂਦੀ ਸੀ। ਅੱਜ ਕੱਲ ਅਮਰੀਕਾ ਦੇ ਜੰਗਲਾਂ ਦੇ ਵਿੱਚ ਲੱਗੀ ਹੋਈ ਹੈ। ਘਰਾਂ ਦੇ ਘਰ, ਏਰੀਏ ਦੇ ਏਰੀਏ ਸਾੜਨ ਦੀ ਸਮਰੱਥਾ ਰੱਖਦੀ ਹੈ। ਜੀਵ ਜੰਤੂਆਂ ਨੂੰ ਭੁੰਨ ਦਿੰਦੀ ਹੈ। ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਬੜਾ ਵੱਡਾ ਲੱਕੜਾਂ ਦਾ ਢੇਰ ਹੋਵੇ, ਉਸ ਨੂੰ ਇੱਕ ਤੀਲੀ ਲਾਈ ਜਾਵੇ, ਇੱਕ ਚਿੰਗਾਰੀ ਲਾਈ ਜਾਵੇ, ਤੇ ਉਹ ਸਾੜ ਦਿੰਦੀ ਹੈ ਨਾ, ਸਾਰਿਆਂ ਨੂੰ ਰਾਖ ਕਰ ਦਿੰਦੀ। ਕੋਈ ਕੋਲੇ ਬਣ ਜਾਂਦੇ, ਕੋਈ ਸੁਆਹ ਬਣ ਜਾਂਦਾ। ਆਪ ਇਤਿਹਾਸ ਪੜ੍ਹਦੇ ਹੋ, ਗਿਆਨ ਦੇ ਵਾਸਤੇ ਇੱਕ ਬਚਨ ਦੱਸਾਂ। ਜਿਸ ਵੇਲੇ ਹਰਨਾਕਸ਼ ਦੀ ਭੈਣ ਹੋਲਕਾ
ਆਪਣੇ ਭਤੀਜੇ ਪ੍ਰਹਿਲਾਦ ਨੂੰ ਗੋਦ ਦੇ ਵਿੱਚ ਲੈ ਕੇ ਬੈਠੀ ਨਾ ਲੱਕੜਾਂ ਦੇ ਢੇਰ ਦੇ ਉੱਪਰ, ਸਰੀਰ ਦੇ ਉੱਪਰ ਉਹ ਲੋਈ ਓੜੀ ਹੋਈ ਸੀ, ਜਿਸ ਦੇ ਨਾਲ ਉਸ ਨੂੰ ਅੱਗ ਨਹੀਂ ਸੀ ਲੱਗਦੀ, ਵਰ ਪ੍ਰਾਪਤ ਸੀ। ਲੋਹੜੀ ਤੋਂ ਉਹ ਅੱਗ ਲੱਗੀ ਸੀ। ਲੋਹੜੀ ਆਪਾਂ ਮਨਾਉਣੇ ਅੱਧ ਵਿੱਚ ਜਨਵਰੀ ਦੇ ਗਿਆ, ਮਾਘੀ ਤੋਂ ਇੱਕ ਦਿਨ ਪਹਿਲੋਂ, ਤੇ ਜਾ ਕੇ ਉਹ ਜਿਹੜੀ ਅੱਗ ਹੈ ਨਾ ਹੋਲੀਆਂ ਦੇ ਵਿੱਚ ਬੁਝੀ। ਭਾਵ 2.5-3 ਮਹੀਨੇ ਲਗਾਤਾਰ ਉਹ ਅੱਗ ਬਲਦੀ ਰਹੀ। ਏਡਾ ਵੱਡਾ ਲੱਕੜਾਂ ਦਾ ਢੇਰ ਸੀ, ਤੇ ਜੇ ਏਡਾ ਵੱਡਾ ਲੱਕੜਾਂ ਦਾ ਢੇਰ ਸੀ ਤੇ ਉਸ ਨੂੰ ਉਨੀ ਅੱਗ ਨਹੀਂ ਸੀ ਲਾਈ। ਇੱਕ ਪਾਸੇ ਇੱਕ ਚਿੰਗਾਰੀ ਲਾਈ ਹੋਵੇਗੀ, ਨਾ ਕਿਸੇ ਮਸ਼ਾਲ ਦੇ ਨਾਲ ਇੱਕ ਪਾਸੇ ਬਾਲਿਆ ਹੋਵੇਗਾ। ਇਵੇਂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਓ ਜਿਵੇਂ ਇੱਕ ਚਿੰਗਾਰੀ ਜੰਗਲ ਨੂੰ, ਲੱਕੜਾਂ ਦੇ ਢੇਰ ਨੂੰ ਸਾੜ ਕਰਕੇ ਸਵਾਹ ਕਰਨ ਦੀ ਸਮਰੱਥਾ ਰੱਖਦੀ ਹੈ, ਇਵੇਂ ਜਿਹੜਾ ਇੱਕ ਪਰਮੇਸ਼ਰ ਦਾ ਨਾਮ ਹੈ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਆਪਾਂ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਸਰਵਣ ਕਰਦੇ ਹਾਂ ਕਿ ਜਿਹੜਾ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਹਦੇ ਜੀਵਨ ਦੇ ਜਿਹੜੇ ਸਾਰੇ ਪਾਪ ਹਨ ਉਹਨਾਂ ਤੋਂ ਨਿਜਾਤ ਪ੍ਰਾਪਤ ਕਰ ਲੈਂਦਾ ਹੈ। ਉਹਦਾ ਜੀਵਨ ਪਾਪਾਂ ਤੋਂ ਮੁਕਤ ਹੁੰਦਾ ਹੈ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ਜਿਹੜੇ ਜਨਾਂ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ ਲੈਂਦੇ, ਉਹ ਸਰੀਰ ਵੀ ਨਿਰਮਲ ਹੋ ਗਏ। ਕੀ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਧੂੜੀ? ਜਿੱਥੇ ਉਹ ਚਰਨ ਰੱਖਦੇ, ਉਹਨਾਂ ਦੇ ਚਰਨਾਂ ਦੀ ਹੇਠਲੀ ਮਿੱਟੀ, ਉਹਨੂੰ ਕਹਿੰਦੇ ਚਰਨ ਧੂੜ। ਬੇਸ਼ੱਕ ਅਜੋਕਾ ਸਮਾਂ ਸਾਡੀ ਮੱਤ ਤੇ ਪੜਦਾ ਪੈ ਗਿਆ ਹੈ, ਬੜੀ ਪ੍ਰਕਾਰ ਦੀ ਅਸੀਂ ਨਿੰਦਿਆ ਕਰਦੇ ਹਾਂ, ਪਰ ਜਦੋਂ ਆਪ ਜੀ ਇਤਿਹਾਸ ਪੜੋ ਤੇ ਭਾਈ ਸ਼ੋਬੇਗ ਸਿੰਘ ਦਾ ਜਿਹੜਾ ਪੁੱਤਰ ਭਾਈ ਸ਼ਹਿਬਾਜ਼ ਸਿੰਘ ਜਦੋਂ ਚੜਖੜੀ ਤੇ ਚਾੜਨ ਲੱਗੇ, ਇੱਕ ਵਾਰ ਡੋਲ ਗਿਆ ਸੀ। ਜਲਾਦ ਕਹਿਣ ਲੱਗਾ, ਓਏ ਸ਼ੋਬੇਗ ਸਿੰਘਾ ਤੇਰਾ ਪੁੱਤਰ ਉਹ ਤੇ ਡੋਲ ਗਿਆ, ਉਹ ਇਹਨੂੰ ਮੰਨਣ ਦੇ ਵਾਸਤੇ ਤਿਆਰ ਹੈ, ਹੁਣ ਤੂੰ ਕਿਵੇਂ ਕਰਨਾ ਹੈ? ਸੰਪਰਦਾਇ ਮਹਾਂਪੁਰਖਾਂ ਨੇ ਬਚਨ ਸੁਣਾਇਆ ਕਿ ਉਸ ਵੇਲੇ ਭਾਈ ਸ਼ੋਬੇਗ ਸਿੰਘ ਜੀ ਨੇ ਆਪਣੇ ਜਿਹੜਾ ਚਰਨਾਂ ਦਾ ਜੋੜਾ ਸੀ ਨਾ, ਉਹ ਭਾਈ ਸ਼ਹਿਬਾਜ਼ ਸਿੰਘ ਦੇ ਮੱਥੇ ਨੂੰ ਲਾਇਆ ਸੀ। ਤੇ ਉਸ ਭਾਈ ਸ਼ੋਬੇਗ ਸਿੰਘ ਜੀ ਦੇ ਚਰਨਾਂ ਦੀ ਧੂੜ ਦੇ ਵਿੱਚ ਇੰਨੀ ਸਮਰੱਥਾ, ਉਸ ਜੋੜੇ ਵਿੱਚ ਇੰਨੀ ਸਮਰੱਥਾ, ਜਿਹੜਾ ਚਿੱਤ ਡੋਲਦਾ ਸੀ ਉਹ ਚਿੱਤ ਬੋਟੀ ਬੋਟੀ ਤੇ ਹੋ ਗਿਆ, ਪਰ ਧਰਮ ਤੋਂ ਰਤੀ ਭਰ ਵੀ ਡੋਲਿਆ। ਗੁਰੂ ਕੀ ਪਵਿੱਤਰ ਬਾਣੀ ਪੜੋ, ਮਾਰੇ ਕਹਿੰਦੇ ਧੂੜੀ ਮੱਜਨ ਸਾਧਕੇ ਸਾਈਂ ਥੀਏ ਕਿਰਪਾਲ। ਜਿਹੜਾ ਸਾਧੇ ਹੋਏ ਮਨ ਵਾਲਾ ਸਾਧੂ ਹੈ ਨਾ, ਕਿਤੇ ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ ਤੇ ਪਰਮੇਸ਼ਰ ਵੀ ਖੁਸ਼ ਹੋ ਜਾਂਦਾ ਹੈ। ਵਿੰਗੇ ਟੇਢੇ ਮਨ ਵੀ ਸਿੱਧੇ ਹੋ ਜਾਂਦੇ ਹਨ। ਵਿੰਗੇ ਇਧਰ ਉਧਰ ਫਿਰਦੇ ਹੋਏ ਮਨ ਜਿਹੜੇ ਧਰਮ ਦੇ ਕਦੀ ਧਾਰਨੀ ਨਹੀਂ ਹੋਣ ਦੇ ਵਾਸਤੇ ਤਿਆਰ, ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦੀ ਧੂੜੀ ਉਹਨਾਂ ਨੂੰ ਮਿਲ ਜਾਵੇ, ਉਹ ਵੀ ਅੰਮ੍ਰਿਤ ਛਕਣ ਦੇ ਵਾਸਤੇ ਤਿਆਰ ਹੋ। ਇਹ ਗੁਰੂ ਕੇ ਸਿੱਖਾਂ ਦੀ ਚਰਨ ਧੂੜ ਦੇ ਵਿੱਚ ਬਖਸ਼ਿਸ਼। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਜਾਣ ਪਰਮੇਸ਼ਰ ਦੇ ਪਿਆਰੇ ਨਾ, ਉਹਨਾਂ ਦੀ ਚਰਨਾਂ ਦੀ ਧੂੜ ਜਿਹੜੀ ਮੱਥੇ ਨੂੰ ਲੱਗਦੀ ਹੈ, ਕੀ ਹੁੰਦਾ? ਉਹ ਜਿਹੜੇ ਸਰੀਰ ਉਹ ਉਜਲ ਹੋ ਜਾਂਦੇ, ਪਵਿੱਤਰ ਹੋ ਜਾਂਦੇ। ਤਾਂ ਹੀ ਤਾਂ ਭਾਈ ਗੁਰਦਾਸ ਜੀ ਨੇ ਕਿਹਾ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਕਹਿੰਦੇ ਸਿੱਖਾ, ਜਿੱਥੇ ਗੁਰੂ ਕੀ ਸੰਗਤ ਬੈਠਦੀ ਨਾ, ਉਹਨਾਂ ਤੱਪੜਾਂ ਨੂੰ, ਉਸ ਵਿਛਾਈ ਨੂੰ ਝਾੜਿਆ ਕਰ, ਕੀ ਲਾਭ ਹੋਵੇਗਾ? ਕਹਿੰਦੇ ਉਸ
ਤਪੜਾਂ ਦੇ ਉੱਪਰ, ਉਸ ਵਿਛਾਈ ਦੇ ਉੱਪਰ ਜਿਹੜੀ ਚਰਨ ਧੂੜ ਪਈ ਹੁੰਦੀ, ਗੁਰੂ ਕੀ ਸੰਗਤ ਦੀ ਜਿਹੜੀ ਭਾਵਨਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਚੱਲ ਕੇ ਆਉਂਦੀ, ਜੇ ਉਹ ਤੇਰੇ ਸਰੀਰ ਦੇ ਉੱਪਰ ਪੈ ਗਈ, ਜੇ ਉਸ ਚਰਨ ਧੂੜ ਦੇ ਵਿੱਚ ਤੂੰ ਇਸ਼ਨਾਨ ਕਰ ਲਿਆ, ਤੇਰੇ ਜੀਵਨ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਕਰੋੜ ਜਿਹੜੇ ਪਾਪ ਹਨ ਉਹ ਨਾਸ਼ ਹੋ ਜਾਣਗੇ, ਉਹ ਖਤਮ ਹੋ ਜਾਣਗੇ। ਨਹੀਂ ਤਾਂ ਉਵੇਂ ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਸੇਵਾ ਕਰਾਂਗੇ ਤਾਂ ਹੀ ਪਾਪ ਖਤਮ ਹੋਣਗੇ। ਜਿਵੇਂ ਦੋ ਪੱਲੜੇ ਹੁੰਦੇ ਨੇ, ਜਿਵੇਂ ਜਿਵੇਂ ਇੱਕ ਪੱਲਾ ਤਕੜੀ ਦਾ ਭਾਰਾ ਹੋ ਜਾਵੇ, ਜਿਹਨੂੰ ਆਪਾਂ ਤਰਾਜੂ ਕਹਿੰਦੇ, ਦੂਸਰਾ ਤਾਂ ਚੁੱਕਿਆ ਜਾਂਦਾ ਹੈ ਨਾ ਆਪਣੇ ਆਪ, ਇਵੇਂ ਇਵੇਂ ਜਦੋਂ ਜਿਵੇਂ ਸਾਡਾ ਸੇਵਾ ਸਿਮਰਨ ਦੇ ਵੱਟੇ ਪਈ ਜਾਣਗੇ, ਪਾਪਾਂ ਵਾਲਾ ਪੱਲਾ ਹੌਲੀ ਹੋ ਜਾਵੇ। ਪਰ ਜੇ ਇੱਕੇ ਆ ਰਹੀ ਆਪਾਂ ਵੱਡਾ ਵੱਡਾ ਰੱਖ ਦਈਏ ਤੇ ਇੱਕੇ ਵਾਰੇ ਚੁੱਕਿਆ ਜਾਂਦਾ। ਚਰਨ ਧੂੜ ਜਿਹੜੀ ਇੱਕ ਵੱਡਾ ਵੱਟਾ ਹੈ, ਜਦੋਂ ਸਰੀਰ ਦੇ ਉੱਪਰ ਪੈਂਦੀ ਹੈ, ਇੱਕੇ ਵਾਰ ਕਰੋੜਾਂ ਪਾਪ ਨਾਸ਼ ਹੋ ਜਾਂਦੇ, ਇੱਕੇ ਵਾਰ ਕਰੋੜਾਂ ਪਾਪ ਖਤਮ ਹੋ ਜਾਂਦੇ ਮਨੁੱਖਾ ਜੀਵਨ ਦੇ ਵਿੱਚ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਉਹ ਨਿਰਮਲ ਹੋ ਗਏ, ਉਜਲ ਹੋ ਗਏ, ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੇ ਚਰਨ ਧੂੜੀ ਦੇ ਵਿੱਚ ਇਸ਼ਨਾਨ ਕੀਤਾ ਹੈ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਜਿਸ ਵੇਲੇ ਪੂਰਨ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਹੋ ਗਈ, ਤਾਂ ਮਨ ਤੇ ਸਰੀਰ ਦੇ ਵਿੱਚ ਜਿਹੜਾ ਸੰਤੋਖ ਹੈ ਉਸ ਦੀ ਪ੍ਰਾਪਤੀ ਹੋਈ ਹੈ। ਤਰੇ ਕੁਟੰਬ ਸੰਗ ਲੋਗ, ਕੁਲ ਸਬਾਇਆ। ਤੇ ਜਿਹੜੇ ਐਸੇ ਹਨ ਜਿਨ੍ਹਾਂ ਦਾ ਮਨ ਵੀ ਸੰਤੋਖੀ ਹੋ ਗਿਆ, ਮਨ ਦੇ ਵਿੱਚ ਵੀ ਸੰਤੋਖ ਹੈ, ਲੋਭ ਨਹੀਂ ਹੈ, ਲਾਲਚ ਨਹੀਂ, ਤਨ ਵੀ ਸੰਤੋਖੀ ਹੋ ਗਿਆ, ਚੋਰੀ ਨਹੀਂ ਕਰਦੇ ਹੱਥਾਂ ਦੇ ਨਾਲ, ਪੈਰਾਂ ਦੇ ਨਾਲ, ਮਾੜੀ ਸੰਗਤ ਦੇ ਵਿੱਚ ਨਹੀਂ ਜਾਂਦੇ, ਤਨ ਵੀ ਸੰਤੋਖੀ ਹੋ ਗਿਆ ਹੈ। ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਦਾ ਮਨ ਵੀ ਸੰਤੋਖੀ, ਮਨ ਲੋਭ ਲਾਲਚ ਤੋਂ ਰਹਿਤ, ਤਨ ਵੀ ਸੰਤੋਖੀ, ਹੱਥ ਦੇ ਨਾਲ ਚੋਰੀ ਨਹੀਂ, ਪੈਰਾਂ ਦੇ ਨਾਲ ਮਾੜੀ ਸੰਗਤ ਦੇ ਵਿੱਚ, ਅੱਖਾਂ ਨੂੰ ਵੀ ਸੰਤੋਖ ਆ ਗਿਆ, ਪਰਾਇਆ ਰੂਪ ਨਹੀਂ ਤੱਕਦੇ, ਕਾਮ ਦੇ ਅਧੀਨ ਹੋ ਕਰਕੇ, ਕੰਨਾਂ ਨੂੰ ਸੰਤੋਖ ਆ ਗਿਆ, ਮਾੜੀਆਂ ਭੈੜੀਆਂ ਗੰਦੇ ਲੱਚਰ ਜਿਹੜੇ ਗੀਤ ਹਨ ਉਹਨਾਂ ਨੂੰ ਨਹੀਂ ਸੁਣਦੇ, ਤਾਂ ਉਹਨਾਂ ਨੂੰ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਤੇ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਜਿਹੜੇ ਐਸੇ ਹਨ ਤਰੇ ਕੁਟੰਬ ਸੰਗ ਲੋਗ। ਕੁਟੰਬ ਦਾ ਅਰਥ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ, ਸੰਗ ਲੋਕ ਜਿਹੜੇ ਸੰਗੀ ਲੋਕ ਸਨ, ਨਾ ਰਹਿਣ ਵਾਲੇ ਸਨ। ਇੱਥੋਂ ਤੱਕ ਮਹਾਰਾਜ ਕਹਿੰਦੇ ਕੁੱਲ ਸੁਭਾਇਆ, ਜਿਹੜੀ ਸਾਰੀ ਕੁੱਲ ਸੀ ਉਹ ਵੀ ਤਰ ਗਈ, ਜਿਨ੍ਹਾਂ ਨੂੰ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ, ਮਨ ਤਨ ਜਿਨ੍ਹਾਂ ਦਾ ਸੰਤੋਖੀ ਹੋਇਆ ਹੈ। ਲੋਕ ਤੇ ਪਰਲੋਕ ਦੇ ਵਿੱਚ ਆਪ ਤਾਂ ਉਹ ਮੁਕਤ ਹਨ, ਆਪ ਮੁਕਤ ਕਰੈ ਸੰਸਾਰ। ਜਿਹੜੇ ਉਹਨਾਂ ਦੇ ਸੰਗੀ, ਉਹਨਾਂ ਦੇ ਮਿਲਾਪ ਵਾਲੇ, ਉਹਦੇ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ, ਉਸ ਦੀ ਕੁੱਲ ਵੀ ਲਈ ਬਖਸ਼ਾਏ, ਉਹਨਾਂ ਨੂੰ ਵੀ ਉਹ ਬਖਸ਼ਾ ਲੈਂਦੇ ਹਨ। ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਰਸਨਾ ਦੇ ਦੁਆਰਾ ਉਪਦੇਸ਼ ਬਖਸ਼ਿਆ। ਮਹਾਰਾਜ ਕਿਰਪਾ ਕਰਨ, ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਗੁਰੂ ਮਤ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ, ਕੁਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ, ਪ੍ਰਾਨਨਾਥ ਅਨਾਥ ਸਖੇ ਦੀਨ। हे ਸਮਰਾਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ।
ਆਏ ਪ੍ਰਭ ਸਰਨਾਗਤੀ ਕਿਰਪਾ। ਏਕ ਅੱਖਰ ਹਰ ਮਨ ਬਸਤ ਨਾਨਕ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ। ਜੋ ਸ਼ਰਧਾ ਕਰ ਸੇਵੰਦੇ ਗੁਰ। ਜੋ ਸ਼ਰਧਾ ਕਰ ਸੇਵੰਦੇ ਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ